ਗੱਲ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਵੱਖਰੀ ਪਾਰਟੀ ਬਣਾਵਾਂਗਾ, ਅੱਜ ਦਿੱਲੀ ਬੋਲੇ ਨੇ ਉਹ। ਇੱਕ ਇੰਟਰਵਿਊ ਦੇ ਵਿੱਚ ਕਿਹਾ ਜੀ ਨਵੀਂ ਪਾਰਟੀ ਬਣਾਉਣ ਜਾ ਰਹੇ ਹਾਂ, ਜਲਦ ਕਿਸਾਨੀ ਮਸਲਿਆਂ ਦਾ ਹੱਲ ਹੋਏਗਾ, ਪ੍ਰੀ ਜਾਂ ਪੋਸਟ ਬੀਜੇਪੀ ਨਾਲ ਅਲਾਈਅੰਸ ਹੋ ਸਕਦਾ। ਤਿੰਨ ਨਹੀਂ, ਚੀਜ਼ਾਂ। ਉਹਨਾਂ ਦਾ ਪੋਸਟ ਨਹੀਂ ਹੈਗਾ, ਉਹ ਪ੍ਰੀ ਆ। ਮੈਂ ਤਾਂ 2.5 ਸਾਲ ਦਾ ਕਹਿਣ ਡਿਆ, ਮੈਂ ਤਾਂ ਇਹ ਗੱਲ ਪਹਿਲਾਂ ਹੀ ਕਹਿਣ ਡਿਆ ਆ। ਇਹ ਇਕੱਲੇ ਨਹੀਂ ਹੈਗੇ, ਇਹ ਬਾਦਲ ਪਰਿਵਾਰ ਵੀ ਨਾਲ ਹੀ ਹੈਗਾ। ਇਹ ਦੇਖੋ ਪੰਜਾਬ ਨੂੰ ਜੋ ਇਹ ਕਰ ਰਹੇ ਹੈਗੇ, ਜਿਹੜੀ ਦੇਣ ਆ ਉਹ ਇਹਨਾਂ ਸਾਰਿਆਂ ਦੀ ਇਕੱਠੀ ਹੋ ਕੇ ਹੀ ਆ। ਸੋ ਇਸ ਕਰਕੇ ਮੈਂ ਬੜਾ ਇਹਦੇ ਲਈ ਕਲੀਅਰ ਹੈਗਾ ਵੀ ਇਹ ਮੈਂ ਜਿੱਥੇ ਕਿ 2.5 ਸਾਲ ਪਹਿਲਾਂ ਕਿਹਾ ਸੀਗਾ, ਉਦੋਂ ਬਹੁਤੇ ਬੰਦੇ ਇਸ ਗੱਲ ਨੂੰ ਮੰਨਦੇ ਨਹੀਂ ਸੀਗੇ। ਹੌਲੀ ਹੌਲੀ ਹੁਣ ਤੁਸੀਂ ਸਾਰੇ ਦੇਖਣ ਲੱਗ ਪਏ ਆ, ਹੁਣ ਤੁਸੀਂ ਸਾਰੇ ਕੁਐਸਚਨ ਕਰਨ ਲੱਗ ਪਏ। ਬੀਜੇਪੀ ਦਾ ਏਜੰਡਾ ਪਹਿਲਾਂ ਹੀ ਲਾਗੂ ਕਰਦੇ ਸੀ ਕੈਪਟਨ ਸਾਹਿਬ ਪੰਜਾਬ ਦੇ ਵਿੱਚ। ਏਜੰਡਾ ਹੀ ਉੱਥੋਂ ਆਉਂਦਾ ਸੀਗਾ, ਲਾਗੂ ਤਾਂ ਕੀ ਕਰਨਾ ਸੀਗਾ। ਲਾਗੂ ਐਕਚੁਅਲੀ ਕਈ ਵਾਰੀ ਆਪਾਂ ਵਿਜ਼ੂਅਲਾਈਜ਼ ਨਹੀਂ ਕਰਦੇ, ਬਟ ਐਕਚੁਅਲ ਗੱਲ ਤਾਂ ਇਹੀ ਸੀਗੀ। ਇੰਨੇ ਘੱਟ ਸਮੇਂ 'ਚ ਕਾਮਯਾਬ ਹੋ ਸਕਦੇ ਕਿ ਨਹੀਂ, ਤੁਹਾਨੂੰ ਕੀ ਲੱਗਦਾ? ਨਵੀਂ ਪਾਰਟੀ ਬਣਾ ਕੇ ਕਿੰਨੇ ਕੁ ਮੁਕਾਬਲੇ 'ਚ ਦੇਖਦੇ ਹੋ ਤੁਸੀਂ ਉਹਨਾਂ ਨੂੰ? ਦੇਖੋ ਯਾਰ, ਪਾਰਟੀਆਂ ਦੇਖੋ ਬਣਦੀਆਂ ਹੈਗੀਆਂ, ਹਰ ਬੰਦੇ ਦਾ ਇੱਕ ਆਪਣਾ ਉਹ ਹੈ ਨਜ਼ਰੀਆ ਹੈਗਾ, ਤੋ ਉਹ ਜਿੱਦਾਂ ਦਾ ਕਰ ਲੈਣਗੇ। 4.5 ਸਾਲ 'ਚ ਜੋ ਉਹਨਾਂ ਨੇ ਕੰਮ ਕੀਤੇ, ਜੋ ਤੁਸੀਂ ਬੋਲਦੇ ਰਹੋ ਕਿ ਕੁਝ ਨਹੀਂ ਹੋਇਆ, ਨਹੀਂ ਕਈ ਚੀਜ਼ਾਂ ਹੋਈਆਂ ਵੀ ਆ। ਦੇਖੋ ਦੋ ਤਿੰਨ ਚੀਜ਼ਾਂ ਹੁੰਦੀਆਂ। ਇੱਕ ਰੂਟੀਨ ਵਾਲਾ ਕੰਮ ਹੁੰਦਾ, ਇੱਕ ਹੁੰਦਾ ਕਿ ਹਾਂ ਬਈ ਆਉਣ ਵਾਲੇ ਸਮੇਂ ਨੂੰ ਇਹੋ ਜਿਹੇ ਪਾਸੇ ਨੂੰ ਲੈ ਕੇ ਜਾਣਾ ਵੀ ਜੇ ਮੈਂ ਹੈਗਾ ਤੇ ਸਾਰਾ ਕੁਝ ਹੈਗਾ, ਜੇ ਮੈਂ ਨਹੀਂ ਹੈਗਾ ਤੇ ਕੁਝ ਵੀ ਨਹੀਂ ਹੈਗਾ। ਕਿਉਂਕਿ ਜਿਹੜਾ BSF ਵਾਲਾ ਇਸ਼ੂ ਵੀ ਹੈਗਾ ਆ, ਬਿਲਡਅਪ ਤਾਂ ਉਦੋਂ ਦਾ ਹੋਇਆ ਹੈਗਾ। ਸੋ ਬੀਇੰਗ ਏ ਹੋਮ ਮਿਨਿਸਟਰ, ਬੀਇੰਗ ਏ ਚੀਫ ਮਿਨਿਸਟਰ, ਦੇਰ ਆਰ ਮੈਨੀ ਇਸ਼ੂਜ਼, ਕਿਉਂਕਿ ਜਿਹੜੇ ਸਿਰਫ ਚੀਫ ਮਿਨਿਸਟਰ ਕੋਲ ਹੀ ਹੁੰਦੇ ਹੈਗੇ ਆ। ਸੋ ਇਸ ਕਰਕੇ ਇਹ ਤਾਂ ਹੁਣ ਹੌਲੀ ਹੌਲੀ ਓਪਨ ਹੋਣ ਲੱਗ ਪਿਆ। ਹੋਰ ਗੱਲ ਤਾਂ ਕੁਝ ਨਹੀਂ ਹੈ। ਇਹ ਤਾਂ ਨਵੀਂ ਪਾਰਟੀ ਬਣਾ ਕੇ ਕਹਿੰਦੇ ਅਕਾਲੀ ਦਲ ਨਾਲ ਵੀ ਰਲੇ ਆ, ਭਾਜਪਾ ਨਾਲ ਲੜੇ ਆ, ਕਿ ਇਲੈਕਸ਼ਨ ਦੇ ਵਿੱਚ ਕੋਈ ਕਾਂਗਰਸ ਨੂੰ ਨੁਕਸਾਨ ਪਹੁੰਚਾ ਸਕਦੇ? ਐਕਚੁਅਲੀ ਕਿਤੇ ਨੁਕਸਾਨ ਪਹੁੰਚਾ ਸਕਦੇ। ਦੇਖੋ, ਪ੍ਰੀ ਇਲੈਕਸ਼ਨ ਅਲਾਇੰਸ ਆ, ਕਿਤੇ ਪੋਸਟ ਇਲੈਕਸ਼ਨ ਅਲਾਇੰਸ ਆ। ਇਹਨਾਂ ਨੂੰ ਤਾਂ ਕਲੈਰਿਟੀ ਹੈਗੀ ਆ, ਮੈਨੂੰ ਵੀ ਕਲੈਰਿਟੀ ਹੈਗੀ, ਸਾਡੀ ਪਾਰਟੀ ਨੂੰ ਵੀ ਕਲੈਰਿਟੀ ਹੈਗੀ ਆ। ਤੁਹਾਨੂੰ ਹੁਣ ਹੌਲੀ ਹੌਲੀ ਪਤਾ ਲੱਗਣਾ। ਸਰ ਇੱਕ ਜਿਸ ਤਰ੍ਹਾਂ ਯੂਪੀ ਦੇ ਵਿੱਚ ਫੈਸਲਾ ਕੀਤਾ ਕਿ 40% ਸੀਟਾਂ ਮਹਿਲਾਵਾਂ ਲਈ ਰਾਖਵਾਂਕਰਨ ਕੀਤੇ ਜਾਣਗੇ, ਕਿਵੇਂ ਦੇਖਦੇ ਹੋ ਜਿਸ ਨੂੰ? ਦੇਖੋ, ਹਰ ਵਰਗ ਤੋਂ, ਹਰ ਮੇਰੇ ਖਿਆਲ ਆ ਕਿ ਸੈਕਸ਼ਨ ਤੋਂ, ਹਰ ਸੁਸਾਇਟੀ ਤੋਂ ਮੇਰਾ ਤਾਂ ਇੱਕੋ ਹੀ ਹੁੰਦਾ ਵੀ ਚੰਗੇ ਬੰਦੇ ਸਿਸਟਮ 'ਚ ਆਉਣੇ ਚਾਹੀਦੇ ਆ, ਕਿਉਂਕਿ ਚੰਗੇ ਬੰਦਿਆਂ ਨਾਲ ਹੀ ਸਿਸਟਮ ਬਣਨਾ। ਪੋਲੀਟੀਕਲ ਲੋਕਾਂ ਦਾ ਅਤਬਾਰ ਘਟਿਆ। ਜਿਹੜਾ ਖਾਸ ਕਰਕੇ ਸਾਡੀ ਮੈਨੀਫੈਸਟੋ ਆ, ਉਹਦੇ 'ਚ ਵੀ ਕਰੈਕਸ਼ਨਸ ਲਿਆਉਣ ਦੀ ਜ਼ਰੂਰਤ ਆ ਅਕਰੋਸ ਦਾ ਪਾਰਟੀ ਲਾਈਨ, ਕਿਉਂਕਿ ਤਾਂ ਹੀ ਸਾਫ਼ ਸੁਥਰਾ ਕਿਤੇ ਨਾ ਕਿਤੇ ਉਹ ਡਾਕੂਮੈਂਟ ਜਿਹੜਾ ਉਹ ਲੀਗਲ ਡਾਕੂਮੈਂਟ ਹੋਣਾ ਚਾਹੀਦਾ, ਤਾਂ ਕਿ ਉਹ ਪੋਲੀਟੀਕਲ ਪਾਰਟੀਆਂ 'ਤੇ ਬਾਈਂਡਿੰਗ ਹੋਵੇ। ਕਿਉਂਕਿ ਹੁੰਦਾ ਕੀ ਆ, ਮੈਨੀਫੈਸਟੋ ਬਹੁਤ ਲੰਬਾ ਚੌੜਾ ਦਿੱਤਾ ਜਾਂਦਾ ਅਕਰੋਸ ਦਾ ਪਾਰਟੀ ਸਿਸਟਮ, ਔਰ ਤੁਸੀਂ ਵੀ ਪਹਿਲੇ ਦਿਨ ਤੋਂ ਉਹ ਫੜਦੇ ਆ, ਅਤੇ ਜਦੋਂ ਸਰਕਾਰ ਦਾ ਆਖਰੀ ਦਿਨ ਹੁੰਦਾ ਉਦੋਂ ਤੱਕ ਸਾਰਾ ਇਰਦ ਗਿਰਦ ਉਹਦੇ ਹੀ ਘੁੰਮਦਾ ਹੈਗਾ, ਉਹਦੇ ਇਰਦ ਗਿਰਦ ਖਬਰਾਂ ਘੁੰਮਦੀਆਂ, ਉਹਦੇ ਹੀ ਸਾਰਾ ਕੁਝ ਘੁੰਮਦਾ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈਗਾ ਕਿ ਇਹਦੇ ਵਿੱਚ ਵੀ ਗਵਰਨਮੈਂਟ ਆਫ ਇੰਡੀਆ ਲੈਵਲ 'ਤੇ, ਕਿਉਂਕਿ ਐਂਡ ਆਫ ਦਾ ਡੇ ਇਹ ਜਿਹੜੀ ਕਰੈਕਸ਼ਨਸ ਹੋਣੀਆਂ ਇਹ ਪਾਰਲੀਮੈਂਟ ਦੇ ਵਿੱਚ ਹੋਣੀਆਂ, ਅਤੇ ਇਹ ਹੋਣੀਆਂ ਚਾਹੀਦੀਆਂ, ਪਾਰਟੀਆਂ ਨੂੰ ਟੇਕ ਅਪ ਕਰਨਾ ਚਾਹੀਦਾ, ਤਾਂ ਕਿ ਅਸੀਂ ਲੋਕਾਂ ਨੂੰ, ਕਿਉਂਕਿ 5 ਸਾਲ ਪਾਰਟੀਆਂ ਰਾਜ ਕਰ ਜਾਂਦੀਆਂ, ਉਹਦੇ ਵਿੱਚ ਕਿਤੇ ਨਾ ਕਿਤੇ ਇਹ ਊਣਤਾਈਆਂ ਰਹਿੰਦੀਆਂ, ਅਤੇ ਉਹ ਲੋਕਾਂ ਹੌਲੀ ਹੌਲੀ ਉੱਧਰ ਨੂੰ। ਇਹ ਕਾਂਗਰਸ ਹਾਈਕਮਾਂਡ ਵੀ ਇਸ ਨੂੰ ਕਰੇਗੀ ਕਿ ਹਾਂ ਹੋਣਾ ਚਾਹੀਦਾ? ਦੇਖੋ, ਮੈਂ ਤਾਂ ਆਪਣੀ ਗੱਲ ਕਰ ਸਕਦਾ, ਡੈਫੀਨੇਟਲੀ ਜਿੱਥੇ ਮੈਨੂੰ ਜਿਹੜੇ ਪਲੇਟਫਾਰਮ 'ਤੇ ਵੀ ਮੈਨੂੰ ਗੱਲ ਕਰਨ ਦਾ ਮੌਕਾ ਮਿਲਦਾ। ਦੇਖੋ, ਪੋਲੀਟੀਕਲ ਸਿਸਟਮ ਦੇ ਵਿੱਚ ਤੁਸੀਂ ਆਪਣੀ ਆਵਾਜ਼ ਜਿਹੜੀ ਉਹ ਗੱਲ ਕਹਿ ਸਕਦੇ ਆ, ਮੰਨਣਾ ਨਾ ਮੰਨਣਾ ਇੱਕ ਮੈਜੋਰਿਟੀ ਦਾ ਇੱਕ ਓਵਰਆਲ ਵਿਊ ਬਣਦਾ। ਪਰ 25 ਸਾਲਾਂ ਬਾਅਦ ਪਹਿਲੀ ਵਾਰ ਵੱਡੀ ਭਰਤੀ ਕਰਨ ਜਾ ਰਹੇ ਹੋ, 25 ਸਾਲਾਂ ਬਾਅਦ ਕਾਲਜਾਂ ਦੇ ਵਿੱਚ, ਤੇ ਉਹਦੇ ਵਿੱਚ ਜਿਹੜਾ ਹੈਗਾ ਸਕੂਲਾਂ ਦੇ ਵਿੱਚ ਵੀ ਜਿਹੜੇ ਥਾਂ ਧਰਨੇ ਮੁਜ਼ਾਹਰੇ ਚੱਲਦੇ ਆ, ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ, ਬਹੁਤ ਸਾਰੀਆਂ ਜਥੇਬੰਦੀਆਂ ਨੂੰ ਮੈਂ ਮਿਲ ਲਿਆ ਜੀ, ਐਂਡ ਕੁਛ ਇਸ਼ੂ ਜਿਹੜੇ ਸਾਡੇ ਉਹ ਕੋਰਟਸ ਦੇ ਵਿੱਚ ਹੈਗੇ ਆ, ਉਹਨਾਂ ਨੂੰ ਵੀ ਰਿਜ਼ੋਲਵ ਕਰਨ ਦੀ ਇਮੀਡੀਏਟਲੀ ਕੋਸ਼ਿਸ਼ ਹੈਗੀ ਆ। ਕੁਛ ਅਸੀਂ ETT ਦੇ ਕੋਈ ਲਗਭਗ 7000 ਦੇ ਕਰੀਬ ਅਸੀਂ ਜਿਹੜੇ ਆ ਉਹ ਅਧਿਆਪਕ ਭਰਤੀ ਕਰ ਰਹੇ ਆ, ਉਹਦੀ ਵੀ ਬੜੀ ਜਲਦੀ ਕੋਸ਼ਿਸ਼ ਹੈਗੀ ਆ ਵੀ ਤਾਂ ਕਿ ਉਹਦੇ 'ਤੇ ਕਿਸੇ ਕਿਸਮ ਦੀ ਵੀ ਕੋਈ ਕੋਰਟ ਦੇ ਵਿੱਚੋਂ ਜਾਂ ਇੱਦਾਂ ਦੀ ਕੋਈ ਗੱਲ ਨਾ ਹੋਵੇ। ਔਰ ਸਾਡੇ ਇੱਕ 2364 ਜਿਹੜੇ ਆ ਉਹ ਵੀ 27 ਨਵੰਬਰ ਨੂੰ ਡੇਟ ਲੱਗੀ ਹੋਈ ਆ। ਕੁਛ ਕੁ ਟੀਚਰਾਂ ਦੀਆਂ ਇਨ ਐਂਟੀਸਪੇਸ਼ਨ ਬਦਲੀਆਂ ਹੋਈਆਂ ਆ।
ਇਨ ਐਂਟੀਸਪੇਸ਼ਨ ਇਸ ਕਰਕੇ ਹੋਈਆਂ ਸੀ ਵੀ ਡਿਪਾਰਟਮੈਂਟ ਨੇ ਇਹ ਸੋਚਿਆ ਵੀ ਇਹਦੇ ਤੇ ਨਵੇਂ ਟੀਚਰ ਰੱਖ ਲਾਂਗੇ ਤੇ ਇਹ ਟਰਾਂਸਫਰ ਕਰਕੇ ਅੱਗੇ ਚਲੇ ਜਾਣਗੇ, ਬਟ ਉਹ ਨਹੀਂ ਹੋਏ। ਇਸੇ ਤਰ੍ਹਾਂ ਹੀ ਕਾਲਜ ਦੇ ਵਿੱਚ ਦੇਖੋ ਸਾਡਾ ਐਜੂਕੇਸ਼ਨ ਸਿਸਟਮ ਜਿਹੜਾ ਆ ਉਹਨੂੰ ਇੱਕ ਸਾਰਤਾ ਦੇ ਵਿੱਚ ਲਿਆਉਣ ਦੀ ਜ਼ਰੂਰਤ ਹੈਗੀ ਆ, ਔਰ ਜਿਹੜਾ ਸਾਡਾ ਬੱਚਾ ਪ੍ਰਾਇਮਰੀ ਤੋਂ ਚੱਲਿਆ ਉਹ ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਜਾਂ PhD ਜਾਂ ਉਹਨਾਂ ਡਿਗਰੀਆਂ ਦੇ ਵਿੱਚ ਉਹ ਇੰਪਲੋਏਬਿਲਿਟੀ ਜ਼ਰੂਰ ਹੋਣੀ ਚਾਹੀਦੀ ਆ, ਔਰ ਉਹ ਮਾਰਕੀਟ ਦੇ ਵਿੱਚ ਓਪਨ ਮਾਰਕੀਟ ਦੇ ਵਿੱਚ ਉਹਦਾ ਮੁੱਲ ਜ਼ਰੂਰ ਹੋਣਾ ਚਾਹੀਦਾ ਤਾਂ ਕਿ ਉਹ ਆਪਣੀ ਰੋਜ਼ੀ ਰੋਟੀ ਜਿਹੜੀ ਕਮਾ ਸਕੇ। ਔਰ ਇਹਦੇ ਲਈ ਹੀ ਮੈਂ ਕੰਮ ਕਰ ਰਿਹਾ ਤਾਂ ਕਿ ਇਹ ਕਮੇਟੀਆਂ ਸਾਰੀਆਂ ਬਣਾ ਕੇ ਚਾਹੇ ਸਕੂਲ ਐਜੂਕੇਸ਼ਨ ਦੀ ਆ ਚਾਹੇ ਹਾਇਰ ਐਜੂਕੇਸ਼ਨ ਦੀ ਆ ਪਲੱਸ ਇੱਕ ਕਾਮਨ ਹੋਊਗੀ ਤਾਂ ਕਿ ਉਹ ਬੱਚੇ ਦੇ ਕੈਰੀਅਰ ਨੂੰ ਡਿਜ਼ਾਈਨ ਕਰੂਗੀ ਕਿ ਹਾਂ ਵੀ ਬੱਚਾ ਕਿੱਥੋਂ ਸ਼ੁਰੂ ਹੋਇਆ ਤੇ ਕਿਹੋ ਜਿਹਾ ਪ੍ਰੋਡਕਟ ਐਂਡ ਫਿਨਿਸ਼ ਕਿਹੋ ਜਿਹਾ ਹੋਣਾ। ਸੋ ਉਹਦੇ ਲਈ ਬੇਸਿਕਲੀ ਕੰਮ ਕਰ ਰਹੇ ਆ ਤਾਂ ਕਿ ਇਹਨੂੰ ਇੱਕ ਰੋਡ ਮੈਪ ਦਿੱਤਾ ਜਾਵੇ ਔਰ ਸਾਡੇ ਬੱਚੇ ਜਿਹੜੇ ਆ ਕਿਉਂਕਿ ਉਹਨਾਂ ਨੂੰ ਪਤਾ ਹੋਵੇ ਵੀ ਮੈਂ ਜਿਹੜਾ ਕੋਰਸ ਕਰ ਰਿਹਾ ਜਿਹੜੀ ਡਿਗਰੀ ਕਰ ਰਿਹਾ ਉਹ ਆਉਣ ਵਾਲੇ ਸਮੇਂ 'ਚ ਮੈਨੂੰ ਕਿੱਥੇ ਲੈ ਕੇ ਜਾ ਸਕਦੀ ਹੈ। ਪ੍ਰਗਟ ਜੀ ਪਾਰਟੀ ਦੇ ਢਾਂਚੇ ਦਾ ਵਿਸਤਾਰ ਤਾਂ ਕਰ ਰਹੇ ਹੋ, ਪਰ ਨਵਜੋਤ ਸਿੰਘ ਸਿੱਧੂ ਦੀ ਨਾਰਾਜ਼ਗੀ ਕਦੋਂ ਦੂਰ ਹੋਊਗੀ? ਨਵਜੋਤ ਸਿੰਘ ਸਿੱਧੂ ਦੀ ਕੋਈ ਨਾਰਾਜ਼ਗੀ ਨਹੀਂ ਹੈ, ਤੁਹਾਨੂੰ ਐ ਲੱਗੀ ਜਾਂਦਾ ਹੈਗਾ। ਅਸੀਂ ਉਦਣ ਵੀ ਤੁਸੀਂ ਰਾਤ ਨੂੰ ਮੇਰੇ ਕੋਲੋਂ ਪੁੱਛ ਲਿਆ ਕਰੋ, ਮੈਂ ਬਿਲਕੁਲ ਤੁਹਾਨੂੰ ਸਾਫ਼ ਸੁਥਰੀ ਗੱਲ ਦੱਸੂਗਾ ਕਿ ਉਹਨਾਂ ਨੇ ਦੂਰੀਆਂ ਕਿਉਂ ਬਣਾ ਕੇ ਰੱਖੀਆਂ ਪੰਜਾਬ ਭਵਨ ਤੋਂ ਕਿਉਂ? ਕੋਈ ਇਹੋ ਜੀ ਗੱਲ ਨਹੀਂ ਹੈ। ਇੱਥੇ ਥੋੜਾ ਜਿਹਾ ਕਨਵੀਨੀਅੰਟ ਹੁੰਦਾ, ਹੋਰ ਗੱਲ ਕੁਝ ਨਹੀਂ ਹੈ। ਅਸਤੀਫਾ ਵਾਪਸ ਲੈ ਲਿਆ ਜੀ। ਮੈਂ ਇੱਥੇ ਦੇਖੋ ਮੈਂ ਇੱਥੇ ਬੈਠਦਾ ਹੁੰਨਾ, ਮੈਂ ਇੱਥੇ ਕਿਉਂ ਬੈਠਣ ਲੱਗਿਆ, ਮੈਂ ਉੱਥੇ ਬੈਠਦਾ ਸੀਗਾ ਸੈਕਟਰੀਏਟ ਇਸ ਕਰਕੇ ਆ ਵੀ ਉੱਥੇ ਸਾਰਿਆਂ ਦੇ ਜਿਹੜੇ ਆ ਪਾਸ ਨਹੀਂ ਬਣਦੇ ਤੇ ਮੈਂ ਇੱਥੇ ਸ਼ੁਰੂ ਕਰ ਲਿਆ ਕਿਉਂਕਿ ਮੈਨੂੰ ਲਾਰਜ ਨੰਬਰ ਆਫ ਜਿਹੜੇ ਲੋਕੀ ਮਿਲਣ ਆਉਂਦੇ ਆ। ਮੈਂ ਕਈ ਵਾਰੀ ਥੱਲੇ ਮੀਟਿੰਗਾਂ ਕਰ ਲੈਣਾ, ਉੱਤੇ ਮੀਟਿੰਗ ਕਰ ਲੈਂਦੇ। ਸੋ ਗੱਲ ਇੰਨੀ ਕੁ ਹੈਗੀ ਆ। 13 पॉइंट्स जो उन्होंने उठाए थे क्या वो सुलझ चुके हैं? जो 13 पॉइंट्स उठाए थे उन्होंने, ਦੇਖੋ ਇੱਕ ਆਪਾਂ ਸਮਝ ਲਈਏ ਜਿਹੜੀ ਇੰਟਰਨਲ ਡੈਮੋਕ੍ਰੇਸੀ ਆ ਨਾ, ਅਸੀਂ ਉਹਦੇ ਤੇ ਕੰਮ ਕਰ ਰਹੇ ਆ। ਇੰਟਰਨਲ ਡੈਮੋਕ੍ਰੇਸੀ ਮੰਨ ਲਓ ਅਸੀਂ ਕਈ ਚੀਜ਼ਾਂ ਅਸੀਂ ਖੇਡਦੇ ਸਮੇਂ ਵੀ ਕਈ ਗਲਤੀਆਂ ਕਰਦੇ ਸੀ ਤੇ ਸਾਨੂੰ ਕਈ ਵਾਰੀ ਕੋਚ ਸਾਡਾ ਜਾਂ ਕਈ ਵਾਰੀ ਸਾਨੂੰ ਉਹ ਗਾਈਡ ਕਰਦੇ ਰਹਿੰਦੇ ਸੀ ਵੀ ਇੱਥੇ ਆਹ ਗਲਤੀ ਹੋ ਰਹੀ, ਇੱਥੇ ਆਹ ਗਲਤੀ ਹੋ ਰਹੀ ਆ। ਤੇ ਇਹਦੇ ਵਿੱਚ ਇੰਟਰਨਲ ਡੈਮੋਕ੍ਰੇਸੀ ਨੂੰ ਸਟਰੋਂਗ ਕਰਨਾ ਮੈਨੂੰ ਇਹ ਲੱਗਦਾ ਹੈਗਾ ਸਾਰੀਆਂ ਅਕ੍ਰੋਸ ਦੀਆਂ ਪਾਰਟੀ ਸਾਨੂੰ